ਵਾਹਿਗੁਰੂ ਸਾਹਿਬ ਜੀਓ। ਸਿਮਰੋ ਸਿਮਰ ਸਿਮਰ ਸੁਖ ਪਾਓ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਚਲ ਨਹੀਂ ਡੂਬੈ ਤਸਕਰ ਨਹੀਂ ਲੇਵਹਿ। ਭਾਹੇ ਨ ਸਾਕੈ ਜਾਲੇ ਰਹਾਉ, ਨਿਰਧਨ ਕੋ ਧਨ ਅੰਦਲੇ ਕੋ ਟਿਕ। ਮਾਤ ਦੂਧ ਜੈਸੇ ਬਾਲੇ, ਸਾਗਰ ਮਹਿ ਮੋਹਿਤ ਪਾਇਓ ਹਰ ਨਾਨਕ। ਕਰੀ ਕਿਰਪਾ ਕਿਰਪਾਲੇ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਤਾਰਨ ਤਾਰਨ ਸਮਰੱਥ ਕਾਲ ਜੁਗ, ਤਾਰਨ ਤਾਰਨ ਸਮਰੱਥ ਕਾਲ ਜੁਗ। ਸੁਨਤ ਸਮਾਦ ਸ਼ਬਦ ਜਿਸ ਕੇਰੇ, ਸੁਨਤ ਸਮਾਦ ਸ਼ਬਦ ਜਿਸ ਕੇਰੇ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਮਨ ਦੁਖਨ ਨਾਸ ਸੁਖਦਾਇਕ ਤੂਰੋ,
ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਕਾਰਣ ਕਾਰਣ ਸਮਰੱਥ ਕਾਲ ਜੁਗ ਕਾਰਨ ਕਾਰਨ ਸਮਰੱਥ ਕਾਰਨ ਕਾਰਣ ਕਾਰਣ ਸਮਰੱਥ ਕਾਲ ਜੁਗ ਸੁਨਤ ਸਮਾਦ ਸਬਦ ਜਿਤਨੀ ਸੁਨਤ ਸਮਾਦ ਸਬਦ ਜਿਤਨੀ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰ ਕਰ ਮਨ ਮੇਰੇ ਗੁਰ ਕਰ ਮਨ ਮੇਰੇ ਸਭ ਸਿੱਖਨ ਕੋ ਹੁਕਮ ਹੈ ਸਭ ਸਿੱਖਨ ਕੋ
ਕਰ ਕੀਰਤਨ ਹੋਏ ਉਦਾਰ। ਨਾਨਕ ਕਹੈ ਸੁਮਰੇ ਮਨਾ, ਕਰ ਕੀਰਤਨ ਹੋਏ ਉਦਾਰ। ਜਪ ਮਨ ਮੇਰੇ ਸਦਾ ਸਤਿਨਾਮ, ਜਪ ਮਨ ਮੇਰੇ ਸਦਾ ਸਤਿਨਾਮ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ। ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਕੋ ਗ੍ਰਾਮ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸੈ ਕਾਮ ਤੈਨਾ। ਸੋ ਐਸਾ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ,
ਜੈ ਹਰਿ ਸਿਮਰਨ ਪਾਇਆ ਤਹਿ ਪਾਦ ਗਤ ਕੀਨੀ ਵਡ ਪਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਗੁਰਾਂ ਨੇ ਸਾਨੂੰ ਦੱਸਿਆ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਗੁਰਾਂ ਨੇ ਸਾਨੂੰ ਦੱਸਿਆ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜਿਤਨੀਆਂ ਵੀ ਗੁਰੂ ਕੀਆਂ ਸਿੱਖ ਸੰਗਤਾਂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਪਹੁੰਚੀਆਂ ਨੇ ਜਾਂ ਪਹੁੰਚ ਰਹੀਆਂ ਹਨ। ਸਾਰੇ ਆਪਾਂ ਹਾਜ਼ਰੀ ਲਵਾਈਏ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਵਿੱਤਰ ਪਾਵਨ ਦਸਵੀਂ ਦਾ ਦਿਹਾੜਾ ਜੋ ਹਰ ਮਹੀਨੇ ਬਹੁਤ ਸਮੇਂ ਤੋਂ ਮਨਾਇਆ ਜਾਂਦਾ ਹੈ। ਪਰਸੋਂ ਰੋਜ਼ ਤੋਂ ਸਤਿਗੁਰਾਂ ਦੀ ਪਵਿੱਤਰ ਰੱਬੀ ਗੁਰਬਾਣੀ, ਲਾਜ਼ਮੀ ਬਾਣੀ, ਤੁਲਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਅੰਮ੍ਰਿਤ ਵੇਲੇ ਸਵੇਰੇ ਜਿਨ੍ਹਾਂ ਦੀ ਸਮਾਪਤੀ ਹੋਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਿੱਖ ਨੂੰ ਲੋੜ ਨਹੀਂ ਕੋਈ ਅੱਖਾਂ ਵਿੱਚ ਕੇ ਗੁਰੂ ਨਵਾਂ ਲੱਭਣ ਦੀ, ਜਾਂ ਵੀ ਲੋੜ ਨਹੀਂ ਕੋਈ ਪਰਮਾਤਮਾ ਲੱਭਣ ਦੀ। ਸਿੱਖ ਨੂੰ ਅੱਖਾਂ ਵਿੱਚ ਕੇ ਨਹੀਂ
ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਜੋ ਸਾਹਮਣੇ ਪ੍ਰਕਾਸ਼ ਨੇ, ਸਾਰੀ ਦੁਨੀਆ ਦੇ ਰਹਿਬਰ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਸਿੱਖ ਦੇ ਇਹੀ ਗੁਰੂ ਨੇ, ਜਾਂ ਇਹ ਕਹਿ ਲਈਏ ਜਿਹਨੇ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਜੀਵਨ ਬਸਰ ਕਰਨ ਲੱਗ ਗਿਆ, ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿੱਖ ਹੈ, ਉਹੀ ਸੇਵਕ ਹੈ। ਸੇਵਕ ਸਿੱਖ ਜਨ ਸਭ ਆਵੈ, ਸਭ ਗਾਵੇ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ, ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ। ਹਰ ਕਥਾ ਜਿਨ ਜਨ ਹੋ ਜਾਨੀ, ਆਪੇ ਗੁਰ ਚੇਲਾ ਹੈ ਆਪੇ। ਆਪੇ ਹਰ ਪ੍ਰਭ ਚੋਜ ਵਡਾਨੀ, ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ। ਆਵਰ ਸਭ ਤਿਆਗ ਉਹਾਂ ਹਰ ਪਾਨੀ। ਮੈਂ ਥੋੜੇ ਦਿਨ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਲੰਘਿਆ, ਤੇ ਆਪਣਾ ਇਹ 10ਵੀਂ ਦਾ ਜੋ ਸ੍ਰੀ ਅਖੰਡ ਪਾਠ ਸਾਹਿਬ, ਜੋ ਇਹ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਗੁਰਤਾ ਗੱਦੀ ਦਿਵਸ 16 ਤਰੀਕ ਦਾ ਸੀਗਾ, 16 ਨਵੰਬਰ ਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਗੁਰੂ ਨਾਨਕ ਕਦੋਂ ਤੋਂ ਗੁਰੂ ਨੇ? ਭਾਈ ਗੁਰਦਾਸ ਜੀ ਕਹਿੰਦੇ ਆ, ਸਤਿਗੁਰ ਨਾਨਕ ਪ੍ਰਗਟਿਆ ਜਦੋਂ ਸਰੀਰ ਦਾ ਅਵਤਾਰ ਹੋਇਆ। ਅਵਤਾਰ ਹੋਣ ਸਾਰ ਹੀ ਗੁਰੂ ਨਾਨਕ ਗੁਰੂ ਹਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵੀ ਸਰੀਰ ਹੈ ਸੀ, ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ। ਉਹਨਾਂ ਨੂੰ ਗੁਰੂ ਕਿਉਂ ਨਹੀਂ ਕਿਹਾ ਗਿਆ ਉਦੋਂ ਚਿਰ ਤੱਕ, ਜਿੰਨਾ ਚਿਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਜੀ ਵਿੱਚ ਨਹੀਂ ਰੱਖੀ। ਆਪਣੀ ਜੋਤ ਦੁਨੀਆ ਦੇ ਉੱਪਰ ਬੜੀ ਸਾਇੰਸ ਕੰਮ ਕਰਦੀ ਹੈ, ਦਿਲ ਵੀ ਬਦਲ ਦਿੰਦੇ ਨੇ, ਸਰੀਰ ਦੇ ਅੰਦਰੋਂ ਅੰਗ ਵੀ ਬਦਲ ਦਿੰਦੇ ਨੇ, ਗੁਰਦੇ ਵੀ ਬਦਲ ਦਿੰਦੇ ਨੇ, ਨਾੜਾਂ ਵੀ ਪਾ ਦਿੰਦੇ ਨੇ ਨਵੀਆਂ। ਪਰ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਫਲਸਫਾ, ਆਪਣੀ ਜੋਤ ਜੇ ਕਿਸੇ ਵਿੱਚ ਰੱਖੀ ਹੈ, ਤੇ ਪਹਿਲੀ ਵਾਰੀ ਦੁਨੀਆ ਦੇ ਤਖਤੇ ਤੇ ਆਪਣੀ ਜੋਤ ਦੂਜੇ ਵਿੱਚ ਧਰ ਦੇਣੀ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅੰਬਰ ਤੂੰ ਵਿਚਾਰਿਆ। ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਪਣੀ ਜੋਤ ਅੱਗੇ, ਕਿਉਂਕਿ ਲੰਮੇ ਸਮੇਂ ਤੱਕ ਜਦੋਂ ਬੱਚਾ ਮਾਤਾ ਦੀ ਉਦਰ ਵਿੱਚ ਪਲਦਾ ਹੈ ਨਾ, ਕਿੰਨਾ ਸਮਾਂ ਲੱਗਦਾ ਹੈ? 9 ਮਹੀਨੇ ਦਾ ਸਮਾਂ ਲੱਗਦਾ ਤੇ 10ਵੇਂ ਮਹੀਨੇ ਜਨਮ ਹੁੰਦਾ।
ਸਾਰੇ ਕਿਰਸਾਨ ਵੀਰ, ਕਿਰਸਾਨ ਖੇਤੀ ਕਰਨ ਵਾਲੇ, ਖੇਤੀ ਦੀ ਤਿਆਰੀ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ। ਪਾਣੀ ਲਾਇਆ ਜਾਂਦਾ, ਫਿਰ ਹੈਰੋਂ ਨਾਲ, ਫਿਰ ਕਲਟੀਵੇਟਰ ਨਾਲ, ਫਿਰ ਸੁਹਾਗਾ ਮਾਰਿਆ ਜਾਂਦਾ, ਫਿਰ ਕਿਤੇ ਉਹਦੇ ਵਿੱਚ ਕਣਕ ਦਾ ਹੁਣ ਤੁਸੀਂ ਬੀਜ ਪਾਇਆ। ਬੀਜ ਪੈਂਦਿਆਂ ਦੇਰੀ ਨਹੀਂ ਲੱਗਦੀ। 9 ਪਾਤਸ਼ਾਹੀਆਂ ਨੇ ਇਹ ਸਿੱਖ ਦੀ ਹਿਰਦਾ ਰੂਪੀ ਧਰਤੀ ਤਿਆਰ ਕੀਤੀ ਹੈ। ਧਰਤੀ ਤਿਆਰ ਕਰਕੇ ਫਿਰ ਦਸਮ ਪਿਤਾ ਮਹਾਰਾਜ ਜੀ ਨੇ ਦੇ ਵਿੱਚ ਉਹ ਬੀਜ ਪਾ ਦਿੱਤਾ। ਸਾਧ ਸੰਗਤ ਜਿਹੜਾ ਕਦੇ ਜੋ ਕਿਛ ਪਾਇਆ ਸੋ ਇੱਕਾ ਵਾਰ, ਇਹ ਅੰਮ੍ਰਿਤ ਦਾ ਬੀਜ, ਅੰਮ੍ਰਿਤ ਦਾ ਛਿੱਟਾ, ਛਿੱਟੇ ਦੀ ਕਣਕ ਵੀ ਹੁੰਦੀ ਹੈ। ਇਹ ਅੰਮ੍ਰਿਤ ਰੂਪੀ ਬੀਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਪਾ ਕੇ ਫਿਰ ਇਹਨੂੰ ਪੂਰਨ ਮਨੁੱਖ ਬਣਾ ਦਿੱਤਾ, ਖਾਲਸਾ ਬਣਾ ਦਿੱਤਾ। ਇਹ ਖਾਲਸੇ ਦਾ ਗੁਰੂ ਕੌਣ? ਸ਼ਬਦ ਗੁਰੂ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹ ਖਾਲਸੇ ਨੂੰ ਕਿਹਦੇ ਲੜ ਲਾਉਣਾ ਕੀਤਾ? ਕਿਸੇ ਆਪਣੇ ਪਰਿਵਾਰ ਦੇ ਮੈਂਬਰ ਨਾਲ ਨਹੀਂ, ਫਿਰ ਉਹਦੇ ਨਾਲ ਜੁੜਨਾ ਕੀਤਾ ਜਿਹੜਾ ਸਭ ਨੂੰ ਸਾਂਝਾ ਉਪਦੇਸ਼ ਦੇਣ ਵਾਲਾ ਔਰ ਸਭ ਦਾ ਸਾਂਝਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ, ਜਿਹੜੀ ਬਾਣੀ ਧੁਰ ਦਰਗਾਹ ਵਿੱਚੋਂ ਆਈ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰਨਾਮ ਸਾਚ ਬਖਾਨਾ। ਫਿਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੁਣ ਹੋਰ ਕਿਸੇ ਨੂੰ ਜਪਣ ਦੀ ਲੋੜ ਨਹੀਂ, ਬਸ ਆਹੀ ਜਪਿਆ ਕਰੋ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰ ਕਰ ਮਨ ਮੇਰੇ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਹੋਰ ਨਹੀਂ ਕਿਸੇ ਨੂੰ ਜਪਣਾ।
बस पाए गए जब ते तुमरे तब ते को आंख तरे नहीं आने। राम रहीम प्राण पुराण अनेक कह मत एक न माने। सिमरत शास्त्र वेद सुबह भेद कह हम एक न जाने। श्री असपार कृपा तुमरी कर मैं न कहो सब तो ही वखाने। गुर सिख ने जपना भी शब्द, गुर सिख दा सिजदा भी शब्द नूं, मत्था भी शब्द नूं टेकना। ते गुर सिख ने विचार भी शब्द दी करनी है। इक्का बाणी एक गुर इको शब्द विचार। इस करके इत्थे दूजी गल ही नहीं है। दूजी गल क्यों नहीं? गुरु नानक पातशाह महाराज ने बाणी ही एक तो आरंभ की। बाणी एके तो आरंभ होती है। एक ओंकार। ओंकार शब्द है, धुनी है परमेश्वर की। किदी? ओ सिख दी। ओ सिख तो अगे बाणी। इस करके एक दी ही विचार, एक नूं ही सिजदा नमस्कार हुंदी ते एक दा ही इत्थे मंत्र जपिया जांदा है, शब्द जपिया जाता है। इस करके सच्ची पातशाह महाराज जी ने सारी मनुखता के भले वास्ते ये बाणियां बन लिया के दित्ती। कित्थों? सचखंड विचों तुरकी बाणी आई। जदों गुरु नानक पातशाह महाराज जी ने दैवी गले विचों ये बाणी उतर गई सी। फिर परन भाई मरदाना जी नूं हदायत सी, मरदाना जी रबाब दियां सुरां नूं सुर करो। परमात्मा की बाणी आई है, तुरकी बाणी आई। इस करके यही अपना गुरु वैष्ट अपना यही है शब्द है बस। धन गुरु कलगियां वाले पातशाह महाराज नदेड़ की धरती भी सच्चे पातशाह महाराज जी ने चरण मुबारक पाए ने। गुरु साहिब जिथे अपने चरण मुबारक पा देंदे वो धरती भी चे पहाड़ां की धरती होवे, चे बंजर होवे, चे जंगल की धरती होवे, सच्चे पातशाह महाराज अपने चरण मुबारक पा के उस धरती नूं पवित्र कर दिंदे ने। सा धरती पई हरियावली जिथे सतगुरु बैठा आए।
ਸਾਰੀ ਨੰਦੇੜ ਦੀ ਧਰਤੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਜर्रा जर्रा ਪਵਿੱਤਰ ਕਰ ਦਿੱਤੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਜਾ ਕੇ ਇੱਕ ਤਾਂ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ, ਕਦੇ ਕਿਸੇ ਦਾ ਚੇਲਾ ਬਣਦਾ ਹੁੰਦਾ, ਕਦੇ ਕਿਸੇ ਦਾ ਚੇਲਾ ਬਣਦਾ ਹੁੰਦਾ, ਕਦੇ ਮਾਧੋ ਦਾਸ ਵੈਰਾਗੀ ਆਪਣਾ ਨਾਮ ਰਖਾਉਂਦਾ, ਕਦੇ ਰਾਮਦਾਸ ਦਾ ਚੇਲਾ ਬਣਦਾ, ਕਦੇ ਜਾਨਕੀ ਦਾਸ ਦਾ ਚੇਲਾ ਬਣਦਾ। ਅਸਲ ਵਿੱਚ ਜਦੋਂ ਜ਼ਿੰਦਗੀ ਵਿੱਚ ਗੁਰੂ ਪੂਰਾ ਮਿਲ ਜਾਵੇ ਨਾ, ਪੂਰਾ ਗੁਰੂ, ਫਿਰ ਉਹਨੂੰ ਦੁਬਾਰੇ ਗੁਰੂ ਧਾਰਨ ਦੀ ਲੋੜ ਨਹੀਂ ਪੈਂਦੀ, ਪੂਰਾ ਮਿਲਿਆ ਹੀ ਨਹੀਂ। ਅੱਜ ਪੂਰੇ ਗੁਰੂ ਦਾ ਮਿਲਾਪ ਮਾਧੋ ਦਾਸ ਵੈਰਾਗੀ ਸੱਚੇ ਪਾਤਸ਼ਾਹ ਨੇ ਉਹਦੇ ਡੇਰੇ ਵਿੱਚ ਚਰਨ ਮੁਬਾਰਕ ਪਾਏ। ਡੇਰੇ ਵਿੱਚ ਜਦੋਂ ਗਏ, ਆਪ ਕਿਤੇ ਗਿਆ ਹੋਇਆ ਸੀ, ਫਿਰ ਜੋ ਸਿੰਘਾਂ ਦਾ ਉਦੋਂ ਦਾ ਮਾਹੌਲ ਸੀ, ਉਹਨਾਂ ਨੇ ਸਾਧ ਸੰਗਤ ਉਹੋ ਜਿਹਾ ਮਾਹੌਲ ਉਹਨਾਂ ਨੇ ਵਰਤਾ ਦਿੱਤਾ। ਦੱਸਿਆ ਜਾ ਕੇ ਕਿ ਮਾਧੋ ਦਾਸ ਤੇਰੇ ਆਸਣ ਦੇ ਉੱਪਰ ਆ ਕੇ ਇੱਕ ਮਹਾਤਮਾ ਗੁਰੂ ਬੈਠਾ ਹੈ, ਤੇਰਾ ਡੇਰਾ ਸਾਰਾ ਖੂਨ ਦੇ ਨਾਲ ਉਹਨਾਂ ਨੇ ਬੇਅਦਬੀ ਕਰ ਦਿੱਤੀ ਹੈ, ਖੂਨ ਹੀ ਖੂਨ, ਹੱਡੀਆਂ ਹੱਡੀਆਂ ਖਿਲਰ ਗਈਆਂ। ਇਹ ਕਹਿੰਦਾ ਕੋਈ ਗੱਲ ਨਹੀਂ, ਇਹਨੇ ਮੰਜਾ ਰੱਖਿਆ ਹੋਇਆ ਸੀ, ਕੋਈ ਵੀ ਮਹਾਤਮਾ ਆਉਂਦਾ ਆਪਣੀ ਰਿਧੀਆਂ ਸਿਧੀਆਂ ਦੇ ਨਾਲ ਮੰਜਾ ਦਾ ਮੁੱਦਾ ਮਾਰ ਦਿੰਦਾ ਸੀ, ਪਲਟ ਦਿੰਦਾ ਸੀ। ਪਰ ਅੱਜ ਮੰਜਾ ਨਹੀਂ ਮੁੱਦਾ ਵੱਜਣਾ, ਅੱਜ ਦਾ ਮਨ ਮੁੱਦਾ ਵੱਜਣਾ, ਗੁਰੂ ਅੱਗੇ ਸਿੱਧਾ ਹੋਏਗਾ। ਇਹਨੇ ਆਪਣੇ ਬੜੇ ਵੀਰ ਭੇਜੇ, 5 ਵੀਰ, ਪਰ ਕੋਈ ਗੱਲ ਨਾ ਬਣੀ। ਫਿਰ ਆਪ ਤਾਕਤ ਲਾ ਲਈ ਸਾਰੀ, ਮੰਜਾ ਹਿੱਲਿਆ ਵੀ ਨਹੀਂ, ਮੁੱਦਾ ਕਿੱਥੋਂ ਵੱਜਣਾ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਿਆ, ਦੂਰੋਂ ਹੀ ਡੰਡੌਤਾਂ ਕਰਦਾ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ। ਮਹਾਰਾਜ ਕਹਿਣ ਲੱਗੇ, ਤੂੰ ਕੌਣ? ਕਹਿੰਦਾ, ਮਹਾਰਾਜ ਮੈਂ ਆਪ ਜੀ ਦਾ ਬੰਦਾ। ਪਰ ਸੱਚੇ ਪਾਤਸ਼ਾਹ ਇਹ ਸਾਰਾ ਡੇਰਾ ਮੇਰਾ, ਇਹ ਰੱਤ ਦੇ ਨਾਲ ਇਹ ਅਪਵਿੱਤਰ ਕਰ ਦਿੱਤਾ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ, ਆਪਣੇ ਡੇਰੇ ਦੀ ਤਾਂ ਤੈਨੂੰ ਤੇਰੇ ਅੰਦਰ ਥੋੜੀ ਜਿਹੀ ਯਾਦ ਆ ਕਿ ਮੇਰਾ ਡੇਰਾ ਪਵਿੱਤਰ ਹੋ ਗਿਆ, ਪਰ ਜਾ ਪੰਜਾਬ ਦੀ ਧਰਤੀ ਤੇ ਜਾ ਕੇ ਵੇਖ, ਇੱਥੇ ਤੇ ਜਾਨਵਰਾਂ ਦਾ ਹੀ ਖੂਨ ਡੁੱਲਿਆ।
ਪੰਜਾਬ ਦੀ ਧਰਤੀ ਤੇ ਮੇਰੇ ਛੋਟੇ ਛੋਟੇ ਬੱਚਿਆਂ ਦਾ, ਪੁੱਤਰਾਂ ਦਾ ਖੂਨ ਡੁੱਲਿਆ, ਉਹ ਨਹੀਂ ਯਾਦ ਤੈਨੂੰ? ਗੁਰੂ ਨੇ ਮਨ ਜਗਾ ਦਿੱਤਾ। ਗੁਰੂ ਸਾਹਿਬ ਜੀ ਦੀ ਬਾਣੀ ਮਨੁੱਖ ਦਾ ਮਨ ਜਗਾਉਂਦੀ ਹੈ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਗਾਫਲਤਾ ਦੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਮਨ ਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਜਾਗ ਲਾ ਦਿੱਤਾ, ਜਗਾ ਦਿੱਤਾ। ਜਿਹੜਾ ਜਨਮਾਂ ਜਨਮਾਂ ਦਾ ਸੁੱਤਾ ਹੋਇਆ ਸੀ, ਪਰ ਪੂਰਾ ਗੁਰੂ ਮਿਲ ਗਿਆ। ਪੂਰਾ ਗੁਰੂ, ਸਮਰੱਥ ਗੁਰੂ, ਸਰਬੱਗ ਗੁਰੂ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਨਾਟਕ ਚੇਟਕ ਕਰਨ ਵਾਲਾ ਮਨ ਸੀ ਜਿਹੜਾ, ਫਿਰ ਉਹ ਸਿੱਧੇ ਰਸਤੇ ਤੇ ਪਾ ਦਿੱਤਾ। ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦਿੱਤੀ, ਨਾਮ ਗੁਰਬਖਸ਼ ਸਿੰਘ ਰੱਖਿਆ, ਤਖੱਲਸ ਬਾਬਾ ਬੰਦਾ ਸਿੰਘ ਬਹਾਦਰ। ਜਿੰਨੇ ਵੀ ਅੱਜ ਰੌਲੇ ਪੈ ਰਹੇ ਹਨ, ਇਹ ਤੁਹਾਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ, ਤੁਹਾਡੇ ਨਾਮ ਤੇ ਰਜਿਸਟਰੀਆਂ ਕਰਾਉਣ ਵਾਲਾ ਕੌਣ? ਇਹ ਹੈ ਬਾਬਾ ਬੰਦਾ ਸਿੰਘ ਬਹਾਦਰ। ਗੁਰੂ ਕਲਗੀਧਰ ਮਹਾਰਾਜ ਜੀ ਦਾ ਭੇਜਿਆ ਹੋਇਆ ਖਾਲਸਾ। ਮਹਾਰਾਜ ਜੀ ਨੇ ਆਪਣੇ ਸਿੱਖ ਕੋਲੋਂ ਹੱਕ ਦਵਾਏ ਨੇ ਤੁਹਾਨੂੰ, ਸਿੱਖ ਕੋਲੋਂ, ਸਿੱਖ ਤੇ ਕਿਰਪਾ ਕਰਕੇ। ਜਿਹੜੇ ਰਜਵਾੜੇ ਸਨ, ਰਜਵਾੜੇ ਪਹਿਲਾਂ ਕੋਈ 1000 ਏਕੜ ਦਾ ਮਾਲਕ, ਕੋਈ 2000 ਏਕੜ ਦਾ ਮਾਲਕ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿ ਦਿੱਤਾ, ਜਿੰਨੀ ਵੀ ਕੋਈ ਜ਼ਮੀਨ ਹੁੰਦਾ ਕਾਸ਼ਤਕਾਰ ਹੀ ਉਹਦਾ ਮਾਲਕ ਹੈ। ਸਾਧ ਸੰਗਤ, ਸਾਰੀਆਂ ਜ਼ਮੀਨਾਂ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਾ ਇਹ ਗੁਰੂ ਕਲਗੀਧਰ ਮਹਾਰਾਜ ਜੀ ਦਾ ਸਿੱਖ ਸਿੰਘ ਬਾਬਾ ਬੰਦਾ ਸਿੰਘ ਬਹਾਦਰ। ਇਹਨੂੰ ਭੇਜਿਆ ਪੰਜਾਬ ਵੱਲ। ਹੁਣ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਰੋਜ਼ ਹੀ ਦੀਵਾਨ ਸਜਾਉਂਦੇ ਨੇ, ਤੇ ਦੀਵਾਨ ਵਿੱਚ ਸੱਚੇ ਪਾਤਸ਼ਾਹ ਕਦੇ ਕਦੇ ਲਫ਼ਜ਼ ਵਰਤਦੇ ਨੇ ਕਿ ਜਿਹੜਾ ਆਪਣੇ ਮਾਂ ਬਾਪ ਦਾ ਬਦਲਾ ਨਾ ਲਵੇ, ਡੇਰਿਆਂ ਦਾ ਬਦਲਾ ਨਾ ਲਵੇ, ਉਹ ਇਨਸਾਨ ਨਹੀਂ ਹੁੰਦਾ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਰੀਰ ਦਾ ਉਹਲਾ ਕਰਨਾ। ਅਤ ਹੀ ਰਣ ਮੈਂ ਤਬ ਜੂਝ ਮਰੂੰ, ਜਬ ਆਪ ਕੀ ਔਦ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ। ਉਹ ਸਮਾਂ ਨੇੜੇ ਵੇਖ ਰਹੇ। ਇਹ ਗੁਲਖਾਂ ਪਠਾਨ, ਇਹ ਦੋ ਭਰਾ ਸਨ। ਸਰਹੰਦ ਵਾਲੇ ਵਜੀਦੇ ਖਾਨੇ ਪੈਸੇ ਦੇ ਕੇ ਮਗਰ ਲਾਏ ਹੋਏ। ਵੇਖੋ, ਪੈਸੇ ਦੇ ਕੇ ਉਪੱਦਰ ਕੀਤੇ ਜਾਂਦੇ ਨੇ, ਪਾਪ ਕੀਤੇ ਜਾਂਦੇ। ਹੁਣ ਵੀ ਤਾਂ ਇਹੀ ਤਰੀਕਾ ਹੈ ਨਾ, ਕਿਸੇ ਦਾ ਕਤਲ ਕਰਾਉਣਾ ਹੋਵੇ, ਮਾਰਨਾ ਹੋਵੇ, ਕਿਸੇ ਦੀ ਇੱਜ਼ਤ ਆਪ ਨੂੰ ਹੱਥ ਪਾਉਣਾ ਹੋਵੇ, ਬਹੁਤ ਨਸ਼ੇੜੀ ਮਾਇਆ ਦੇ ਦੋ ਬਸ। ਇਹ ਉਦੋਂ ਵੀ ਸਿਲਸਿਲਾ ਚੱਲਦਾ ਸੀ ਤੇ ਹੁਣ ਵੀ ਚੱਲ ਰਿਹਾ। ਬੀਜ ਨਾਸ਼ ਨਹੀਂ ਹੋਇਆ ਕਿਸੇ ਦਾ। ਬੜੀ ਮਾਇਆ, ਬੜੇ ਪਦਾਰਥ ਦਿੱਤੇ, ਹੋ ਨਾ ਸਕੇ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ। ਬੜੇ ਸਮੇਂ ਤੋਂ ਮਗਰ ਲੱਗੇ ਹੋਏ ਸਨ, ਪਰ ਉਹ ਸਮਾਂ ਆ ਗਿਆ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਤੰਬੂ ਵਿੱਚ ਲੇਟੇ ਹੋਏ ਨੇ। ਸਾਧ ਸੰਗਤ ਸਮਾਂ ਪਾ ਕੇ, ਕਿਉਂਕਿ ਮਹਾਰਾਜ ਨੂੰ
ਸੱਚੇ ਪਾਤਸ਼ਾਹ ਨੂੰ ਕਿਹੜਾ ਕੋਈ ਸ਼ਸਤਰ ਲਾ ਸਕਦਾ, ਮਾਰ ਸਕਦਾ? ਕੋਈ ਨਹੀਂ। ਗੁਰੂ ਨੂੰ ਕੌਣ ਮਾਰੇਗਾ? ਸ਼ਬਦ ਨੂੰ ਕੌਣ ਮਾਰੇਗਾ? ਇਹ ਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸਰੀਰ ਦਾ ਉਹਲਾ ਕਰਨਾ ਸੀ, ਇਹ ਤਾਂ ਵਿਧੀ ਬਣਾਈ ਹੈ। ਵੈਸੇ ਕਿਸੇ ਦੇ ਹੱਥ ਵਿੱਚ ਪਾਵਰ ਨਾ, ਗੁਰੂ ਤੋਂ ਵੱਡਾ ਤਾਂ ਹੈ ਹੀ ਨਹੀਂ ਕੋਈ, ਸਭ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ। ਸਮਾਂ ਪਾ ਕੇ ਗੁਲਖਾਂ ਪਠਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤੰਬੂ ਵਿੱਚ ਵੜਿਆ। ਇੱਕ ਨਾਲ ਹੋਰ ਇਹਦੇ ਮਹਾਰਾਜ ਜੀ ਦੇ ਸਰੀਰ ਵਿੱਚ ਇਹਨਾਂ ਨੇ ਸ਼ਸਤਰ ਲਾ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿਰਹਾਣੇ ਸ਼ਮਸ਼ੀਰ ਪਈ ਸੀ ਬੇਮਿਆਨ। ਮਹਾਰਾਜ ਜੀ ਨੇ ਹੱਥ ਨਾਲ ਫੜ ਕੇ ਝਟਕਾ ਦਿੱਤਾ, ਰੌਲਾ ਪੈ ਗਿਆ। ਦੂਸਰਾ ਜਿਹੜਾ ਬਾਹਰ ਭੱਜਿਆ ਉਹਦਾ ਸਿੰਘਾਂ ਨੇ ਭੋਗ ਪਾ ਦਿੱਤਾ। ਡਾਕਟਰ ਬੁਲਾਏ ਗਏ। ਸੱਚੇ ਪਾਤਸ਼ਾਹ ਦੇ ਸਰੀਰ ਉੱਪਰ ਘਾਹ ਹੈ, ਥੋੜਾ ਜ਼ਖਮ ਹੈ, ਪੱਟੀਆਂ ਕੀਤੀਆਂ ਗਈਆਂ, ਜ਼ਖਮ ਠੀਕ ਹੋ ਗਿਆ। ਠੀਕ ਹੋਣ ਤੋਂ ਉਪਰੰਤ ਉਦੋਂ ਛੋਟੇ ਛੋਟੇ ਰਜਵਾੜੇ ਹੋਇਆ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਸ਼ਨ ਕਰਨ ਵਾਸਤੇ ਆਏ। ਨਾਲ ਹੀ ਰਾਣੀਆਂ। ਮਹਾਰਾਜ ਜੀ ਦਾ ਤੀਰ ਕਮਾਨ ਨੌ ਟੰਕੀ ਨੂੰ ਕਿਹਾ ਜਾਂਦਾ ਹੈ। ਉਹਦੀ ਜਿਹੜੀ ਧੁਨੀ ਸੀ ਨਾ, ਜਿਹੜੀ ਉਹਨੂੰ ਤਾਰ ਪਾਈ ਹੁੰਦੀ ਇੱਕ ਪਾਸੇ ਖਿੱਚਣ ਵਾਲੀ ਤਾਰ, ਪਤਾ ਕਿੰਨਾ ਜ਼ੋਰ ਲੈਂਦੀ ਸੀ ਉਹ? ਜਿੰਨਾ 2.25 ਕੁਇੰਟਲ ਬੰਦਾ ਵਜਨ ਚੱਕ ਲਵੇ, ਇੰਨਾ ਜ਼ੋਰ ਲੱਗਦਾ ਸੀ ਚਿੱਲੇ ਤੇ ਚੜਾਉਣ ਵਾਸਤੇ, ਤੀਰ ਖਿੱਚਣ ਵਾਸਤੇ ਇੰਨਾ ਜ਼ੋਰ ਲੱਗਦਾ ਸੀ। ਹੁਣ ਕਿਹੜਾ ਹੈ ਜਿਹੜਾ 2.25 ਕੁਇੰਟਲ 2.5 ਕੁਇੰਟਲ ਵਜਨ ਚੱਕ ਲਵੇ? ਨੌ ਟੰਕੀ ਨੂੰ ਕਿਹਾ ਜਾਂਦਾ। ਮਹਾਰਾਜ ਜੀ ਦੇ ਸਾਹਮਣੇ, ਕਿਉਂਕਿ ਜਦੋਂ ਮਹਾਰਾਜ ਜੀ ਦਾ ਦੀਵਾਨ ਸਜਦਾ ਸੀ, ਇੱਕ ਪਾਸੇ ਸ਼ਸਤਰਾਂ ਦੇ ਚੌਰ ਹੁੰਦੇ ਸੀ, ਦੂਸਰੇ ਪਾਸੇ ਸਤਿਗੁਰਾਂ ਦੇ ਉੱਪਰ ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸ਼ਸਤਰ ਐਵੇਂ ਨਹੀਂ ਰੱਖੇ ਜਾਂਦੇ। ਇਹ ਸ਼ਸਤਰਾਂ ਦਾ ਮਤਲਬ ਹੈ, ਇਹ ਸਿੰਘ ਦੇ ਗੁਰੂ ਨੇ, ਸ਼ਸਤਰ ਨੇ ਜਿਹੜੇ ਸਾਰੀ ਦੁਨੀਆ ਦੇ ਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਫਿਰ ਸਿੰਘ ਦੇ ਗੁਰੂ ਇਹ ਸ਼ਸਤਰ ਨੇ। ਇਹ ਜਦੋਂ ਸਮਾਂ ਹੁੰਦਾ ਹੈ ਜੰਗ ਜੂਝਣ ਦਾ, ਫਿਰ ਗੁਰੂ ਕੇ ਪਿਆਰੇ, ਗੁਰੂ ਕੇ ਖਾਲਸੇ, ਗੁਰੂ ਕੇ ਸਿੰਘ ਇਹਨਾਂ ਦੀ ਵਰਤੋਂ ਕਰਦੇ ਨੇ। ਰੋ ਵਿਚਾਰ, ਉਹ ਰਾਜੇ ਵੀ ਆਏ, ਰਾਣੀਆਂ ਵੀ ਆਈਆਂ ਵੇਖਣ ਵਾਸਤੇ। ਸ਼ੰਕਾ ਪੈਦਾ ਹੋ ਗਈ ਕਿ ਏਡਾ ਵੱਡਾ ਤੀਰ ਕਮਾਨ ਇਹਨੂੰ ਕੋਈ ਚਲਾਉਂਦਾ ਵੀ ਹੋਵੇਗਾ। ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਇਹਨੂੰ ਕੋਈ ਚਲਾਉਂਦਾ ਵੀ ਹੈ ਜਿਹੜਾ ਏਡਾ ਵੱਡਾ ਧਨੁਖ ਰੱਖਿਆ ਹੋਇਆ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਹਾਂ ਇਹ ਸਾਡਾ ਧਨੁਖ ਹੈ। ਮਨ ਵਿੱਚ ਸ਼ੰਕਾ ਪੈਦਾ ਹੋਈ ਕਿ ਏਦਾਂ ਕਿਵੇਂ ਚਲਾ ਲੈਂਦੇ ਹੋਣਗੇ। ਹੁਣ ਸਮਰੱਥ ਗੁਰੂ, ਪੂਰਨ ਗੁਰੂ, ਸਰਵੱਗ ਗੁਰੂ ਸਿੱਖ ਦੇ ਮਨ ਅੰਦਰ ਸ਼ੰਕਾ ਨਹੀਂ ਰਹਿਣ ਦਿੰਦਾ। ਜੇ ਸ਼ੰਕਾ ਹੀ ਨਾ ਕੱਢ ਸਕਿਆ ਤੇ ਫਿਰ ਪੂਰਾ ਗੁਰੂ ਹੀ ਨਹੀਂ ਹੈ। ਸਿੱਖ ਦੇ ਸ਼ੰਕਿਆਂ ਦੀ ਨਿਵਰਤੀ ਕਰਨ ਵਾਲੇ ਨੇ ਸੱਚੇ ਪਾਤਸ਼ਾਹ। ਜੇ ਸ਼ੰਕਾ ਆ ਗਿਆ ਤੇ ਖੇਡ ਸਮਾਪਤ ਹੋ ਗਈ, ਖੇਡ ਖਤਮ ਨਾ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਲਿਆਓ ਸਾਡਾ ਧਨਖਵਾਨ। ਸਿੰਘ ਕਹਿਣ ਲੱਗੇ, ਮਹਾਰਾਜ ਜੱਟ ਮੱਲੇ। ਮਹਾਰਾਜ ਕਹਿੰਦੇ, ਨਹੀਂ। ਸਾਧ ਸੰਗਤ, ਕਮਾਨ ਫੜਾਇਆ ਗਿਆ।
ਸੱਚੇ ਪਾਤਸ਼ਾਹ ਨੂੰ ਤੀਰ ਫੜਾਏ ਗਏ, ਜਿਨ੍ਹਾਂ ਦੀ ਮੁਖੀ ਦੇ ਉੱਪਰ ਅੱਗੇ 1.25 ਤੋਲਾ ਸੋਨਾ ਲੱਗਿਆ ਹੁੰਦਾ ਸੀ। ਦੁਸ਼ਮਣ ਨੂੰ ਨਾਲ ਖੱਪਣ ਦੇ ਕੇ ਸੱਚੇ ਪਾਤਸ਼ਾਹ ਤੋਰਦੇ ਸਨ। 1.25 ਤੋਲਾ ਖੱਪਣ, ਸਮਝ ਲਓ ਸੋਨਾ ਜਿਹੜਾ ਉਹ ਖੱਪਣ ਦਾ ਹੀ ਕੰਮ ਕਰਦਾ ਸੀ। ਵੇਚ ਕੇ ਦਾ ਕੋਈ ਕੱਪੜਾ ਇਹਦੇ ਉੱਪਰ ਪਾ ਦੇਵੇ। ਮਹਾਰਾਜ ਜੀ ਨੇ ਜਦੋਂ ਧੁਨ ਖੁਬਾਨ ਆਪਣਾ ਚੱਕਿਆ, ਚਿੱਲਾ ਚੜਾਇਆ, ਸਰੀਰ ਦਾ ਤਾਣ ਲੱਗਣਾ ਹੀ ਸੀ, ਬਲ ਲੱਗਣਾ ਹੀ ਸੀ, ਜ਼ੋਰ ਲੱਗਣਾ ਸੀ ਸਰੀਰ ਦਾ। ਉਹ ਸਾਰੇ ਟਾਂਕੇ ਸਨ ਜਿਹੜੇ ਪੇਟ ਦੇ, ਉਹ ਸਭ ਖੁੱਲ ਜਾਂਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਖੂਨ ਵਸਤਰ ਲਿਬੜ ਗਏ। ਤੀਰ ਮਹਾਰਾਜ ਜੀ ਨੇ ਤੁਮ ਖਿੱਚ ਦਿੱਤਾ, ਤੀਰ ਚਲਾ ਦਿੱਤਾ, ਪਰ ਜ਼ਖਮ ਸਾਰੇ ਉਹ ਟਾਂਕੇ ਸਭ ਖੁੱਲ ਗਏ, ਜ਼ਖਮ ਖੁੱਲ ਗਿਆ। ਸਿੰਘ ਕਹਿਣ ਲੱਗੇ ਮਹਾਰਾਜ ਵੈਦ ਨੂੰ ਡਾਕਟਰ ਨੂੰ ਬੁਲਾਉਂਦੇ ਆ। ਮਹਾਰਾਜ ਕਹਿੰਦੇ ਨਹੀਂ, ਉਹ ਸਮਾਂ ਨੇੜੇ ਆ ਸਰੀਰ ਦਾ। ਚੰਦਨ ਦੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਤਿਆਰ ਕਰਵਾਈ। ਸਾਰਾ ਗੁਰੂ ਕਾ ਖਾਲਸਾ, ਗੁਰੂ ਕੀ ਸੰਗਤ ਇਹ ਗੱਲ ਜਾਣ ਗਈ ਕਿ ਸੱਚੇ ਪਾਤਸ਼ਾਹ ਮਹਾਰਾਜ ਹੁਣ ਸੱਚਖੰਡ ਵਿੱਚ ਜਾਣਗੇ। ਸੰਗਤ ਬੇਨਤੀ ਕਰਦੀ ਹੈ ਗੁਰੂ ਅੱਗੇ, ਸੱਚਾ ਪਾਤਸ਼ਾਹ ਜੋ ਪਹਿਲੇ ਗੁਰੂ ਸਾਹਿਬਾਨ ਸਨ ਉਹ ਇਸ਼ਾਰਾ ਕਰ ਜਾਂਦੇ ਸਨ ਅਗਲੇ ਗੁਰੂ ਵੱਲ। ਗੁਰੂ ਨਾਨਕ ਨੇ ਗੱਦੀ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੱਦੀ ਦਿੱਤੀ ਗੁਰੂ ਅਮਰਦਾਸ ਮਹਾਰਾਜ ਨੂੰ। ਗੁਰੂ ਅਮਰਦਾਸ ਮਹਾਰਾਜ ਜੀ ਨੇ ਗੱਦੀ ਦਿੱਤੀ ਧੰਨ ਗੁਰੂ ਰਾਮਦਾਸ ਮਹਾਰਾਜ। ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਨੂੰ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਿਰਾਏ ਸਾਹਿਬ ਮਹਾਰਾਜ, ਸ੍ਰੀ ਹਰਿਰਾਏ ਸਾਹਿਬ ਤੋਂ ਗੁਰਤਾ ਗੱਦੀ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ। ਸ੍ਰੀ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਸੰਗਤ ਕਹਿਣ ਲੱਗੀ ਮਹਾਰਾਜ ਮੇਰੇ ਸਰੀਰ ਦੇ ਹੁੰਦਿਆਂ ਸਤਿਗੁਰਾਂ ਵੱਲੋਂ ਇਸ਼ਾਰਾ ਹੁੰਦਾ ਸੀ ਤੇ ਸਾਰੀ ਸੰਗਤ ਪੁੱਛਦੀ ਹੈ ਮਹਾਰਾਜ ਕਿਰਪਾ ਕਰਕੇ ਦੱਸੋ ਇਹ ਖਾਲਸੇ ਨੂੰ, ਇਹ ਗੁਰੂ ਕੀ ਸੰਗਤ ਨੂੰ ਕਿਹਦੇ ਲੜ ਲਾਉਣਾ ਕੀਤਾ। ਸਾਰੀ ਸੰਗਤ ਦੇ ਰੂਪ ਵਿੱਚ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਾਰੇ ਚਰਨਾਂ ਵਿੱਚ ਬੇਨਤੀ ਕਰਦੀ ਹੈ, ਦੱਸੋ ਸਤਿਗੁਰੂ ਜੀ ਕਿਹਦੇ ਲੜ ਲਾਇਆ ਖਾਲਸਾ।
सच्चे पातशाह महाराज जी ने फिर आदि ग्रंथ जी का प्रकाश करवाया। पंज सिंह सहबान ताबिया विच और गुरु की संगत। धन गुरु कलगियां वाले पातशाह महाराज जी ने गुरु ग्रंथ साहब महाराज जी वाल इशारा करके आखिया, आग्या भाई अकाल की। किहदी आग्या? अकाल दी। अकाल की है? परमेश्वर, अकाल पुरख, परमात्मा, अल्लाह खुदा। हमारे कहते उहदा हुक्म है, तवै चलायो पंथ। पंथ केड़ा? मारिया सिक्का जगत विच नानक निर्मल पंथ चलायो। ये निर्मल पंथ, खालसा पंथ, ये तीसर पंथ। सच्चे पातशाह महाराज कहते परमात्मा दी, परमेश्वर वाहिगुरू दी आग्या, ਉਹਦੇ ਵਿੱਚ आग्या विच ही पंथ चल रहा। फिर महाराज कहते सब सिखन को हुक्म है। ये गुरु का हुक्म है, किसी बंदे का नहीं। गुरु का हुक्म है कि सिख ने गुरु नूं ही नमस्कार करनी। धन गुरु ग्रंथ साहब महाराज जी एवं बंदियां दे अगे नक नहीं रगड़ते फिरना, क्योंकि ये शरीर जिहड़ा है मस्तक गुरु का, ये फिर गुरु अगे झुकना चाहिए। सच्चे पातशाह महाराज दा हुक्म है सिख नूं भी तेरा गुरु जिहड़ा अज तो गुरु ग्रंथ साहब महाराज ते सच्चे पातशाह के हुक्म अनुसार ही सारी दुनिया दे लोक ते परलोक दे कारज करने हैं। सब सिखन को हुक्म है, गुरु मान्यो ग्रंथ। गुरु ग्रंथ जी मान्यो, प्रगट गुरां की दे। जो प्रभु को मिलवो चाहे, खोज शब्द मैं ले। शब्द की खोज, शब्द गुरु सुरत धुन चेला। गुरु कौन है? गुरु नानक देव महाराज जी भी कहते मैं अपना गुरु पूछ देखिया, अवर नाही था। गुरु कौन है? शब्द। सच्चे पातशाह महाराज कहते जे मैनू मिलना, मेरी आत्मा दे नाल बचन बलास गल्लां करनियां ने, गुरु नाल गल्लां करनियां ने, फिर मेरा शरधा भावना नाल फिर मेरी बाणी पढ़े विचारे। ते जे मेरे किते दर्शन करने आने, ये जो मेरे पंज प्यारे ने सिंह साहबान, इन्हां दे दर्शन करे। सच्चे पातशाह महाराज जी ने वो गुरु नानक साहब महाराज जी का बचन, ये जिहड़ा पंथ सी, ये पंजां दे विच पंथ की बाग डोर इन्हां दे हथ रख दित्ती। पंच परवान, पंच प्रधान, पंचे पावै वरगह मान, पंचे सुहै दरला जान, पंचां का गुर एक ध्यान। ਜਿਹੜੇ पंज सिंह साहबान ने गुरु की आग्या विच रहते हैं। पंचां का गुर एक ध्यान। पंजां दे ध्यान विच की रहिंदा? शब्द गुरु। इस करके वो गुरु नानक का वचन गुरु कलगियां वाले पातशाह महाराज ने पूरा किया। ये मेरा पंथ पंजां दा हुक्म होवेगा। फिर पंजां दे हुक्म नूं सच्चे पातशाह महाराज जी ने शीश नवाया सी जदों गढ़ी चमकौर दी छड्डी है। ये पंजां दा हुक्म सच्चे पातशाह ने सिर मत्थे बन्निया। इस करके
ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਦਾ ਵਾਸਤੇ ਸਾਰੀ ਦੁਨੀਆ ਨੂੰ, ਗੁਰਸਿੱਖਾਂ ਨੂੰ, ਖਾਲਸੇ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਉਣਾ ਕੀਤਾ। ਤੇ ਨਾਲੇ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ, ਮੰਨੋ ਖਾਲਸਾ ਜੀ ਤੁਸੀਂ ਜਾਗ ਦੀ ਜੋਤ, ਜਪੋ ਖਾਲਸਾ ਜਾਗ ਦੀ ਜੋਤ, ਜਾਗ ਦੀ ਜੋਤ। ਠੀਕ ਹੈ, ਹੋਵੇਗਾ ਗੁਰੂ ਕਿਸੇ ਦਾ ਚੂਹਾ, ਜਿੱਡੀ ਕਿਸੇ ਦੀ ਮੱਤ ਹੈ ਓਡਾ ਉਹਦਾ ਗੁਰੂ। ਹੋਣਗੀਆਂ ਕਿਸੇ ਦੀਆਂ ਗੁਰੂ ਇੱਟਾਂ ਚਾਰ ਧਰੀਆਂ ਹੋਈਆਂ, ਓਡੀ ਜਿੱਡੀ ਕਿਸੇ ਦੀ ਮੱਤ ਓਡਾ ਉਹਦਾ ਗੁਰੂ। ਪਰ ਸਿੱਖ ਦੀ ਮੱਤ ਬੜੀ ਵਿਸ਼ਾਲ। ਫਿਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਦੀ ਮੱਤ ਵਿਸ਼ਾਲ ਵੇਖ ਕੇ ਵਿਸ਼ਾਲ ਗੁਰੂ ਨਾਲ ਇਹਦਾ ਨਾਤਾ ਜੋੜਿਆ। ਅਕਾਲ ਨਾਲ ਇਹਦੀਆਂ ਤਾਰਾਂ ਜੋੜੀਆਂ ਸਿੱਧੀਆਂ। ਮੇਰਾ ਸਿੱਖ ਕਿਸੇ ਬੰਦੇ ਦਾ ਪੁਜਾਰੀ ਨਾ ਬਣੇ, ਮੇਰਾ ਸਿੱਖ ਕਿਸੇ ਮੜੀਆਂ ਦਾ ਪੁਜਾਰੀ ਨਾ ਬਣੇ, ਮੇਰਾ ਸਿੱਖ ਕਿਸੇ ਐਵੇਂ ਭੈਰੋ ਮੁੱਗੇ ਦਾ ਪੁਜਾਰੀ ਨਾ ਬਣੇ। ਠੀਕ ਹੈ, ਜਿੱਦਾਂ ਦੀ ਕਿਸੇ ਦੀ ਕੋਈ ਮੱਤ ਹੈ ਰੱਬ ਨੇ ਦਿੱਤੀ, ਉੱਡਾ ਉਹਦਾ ਗੁਰੂ ਹੋ ਜਾਂਦਾ। ਪਰ ਸਿੱਖ ਦਾ ਗੁਰੂ, ਸਿੰਘ ਦਾ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਿਉਂ? ਗੁਰੂ ਦੀ ਬਾਣੀ ਵਿੱਚ ਅੰਮ੍ਰਿਤ ਹੈ। ਤੁਸੀਂ ਕੋਈ ਨਾ ਕੋਈ ਕਿਤਾਬ ਇੱਕ ਵਾਰੀ ਪੜ੍ਹੋ, 2 ਵਾਰੀ ਪੜ੍ਹੋ, 3 ਵਾਰੀ ਪੜ੍ਹੋ, ਬਸ
ਉਦੋਂ ਬਾਅਦ ਤੁਹਾਡਾ ਮਨ ਨਹੀਂ ਕਰੇਗਾ ਪੜ੍ਹਨ ਵਾਸਤੇ। ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਗੁਰਸਿੱਖ ਸੈਂਕੜੇ ਸਾਲਾਂ ਤੋਂ ਨਿਤ ਪੜ੍ਹਦੇ ਆ ਰਹੇ ਨੇ, ਹਰ ਰੋਜ਼ ਪੜ੍ਹਦੇ ਨੇ, ਹਰ ਸਮੇਂ ਪੜ੍ਹਦੇ ਨੇ, ਪਰ ਇਹ ਨਹੀਂ ਕਿਸੇ ਸਿੱਖ ਨੇ ਕਿਹਾ ਕਿ ਮੇਰਾ ਮਨ ਜਿਹੜਾ ਬਾਣੀ ਨੂੰ ਲੱਗ ਗਿਆ, ਨਹੀਂ। ਇਸ ਕਰਕੇ ਇਹਦੇ ਵਿੱਚ ਅੰਮ੍ਰਿਤ ਰੂਪੀ ਝਰਨਾ ਵਗਦਾ, ਅੰਮ੍ਰਿਤ ਦੀ ਮਿਠਾਸ ਉਸ ਜੀਵਾਤਮਾ ਨੂੰ ਪਹੁੰਚਦੀ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ, ਸੇਵਕ ਜਨ ਮਾਨੈ। ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ, ਸਿੱਖਾ ਤੇਰਾ ਜਿਹੜਾ ਗੁਰੂ ਹੈ ਬਸ ਸ਼ਬਦ ਹੈ, ਹੋਰ ਨਹੀਂ ਕਿਸੇ ਨੂੰ ਮੰਨਣਾ। ਏਕ ਬਿਨਾ ਮਨ ਨੈਕ ਨਾਨੈ, ਬਸ ਇੱਕ ਦੇ ਵਿੱਚ, ਅਨੇਕਤਾ ਵਿੱਚ ਨਹੀਂ, ਏਕਤਾ ਵਿੱਚ। ਇਸ ਕਰਕੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ, ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਸਿੱਖ ਦੇ ਬੜੇ ਗੁਣ ਨੇ। ਅਸਲ ਵਿੱਚ ਉਹਨੂੰ ਸਿੱਖ ਕਹਿਣਾ ਹੀ ਨਹੀਂ ਚਾਹੀਦਾ, ਉਹ ਸਿੱਖ ਹੈ ਹੀ ਨਹੀਂ ਗੁਰੂ ਦਾ। ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਨੂੰ ਛੱਡ ਕੇ ਦਵਾਰੇ ਦਵਾਰ ਸਵਾਨ ਜੋ ਡੋਲਤ ਨਹਿ ਸ਼ੁਭ ਰਾਮ ਭਜਨ ਕੀ, ਐਸੀ ਸੱਚੇ ਪਾਤਸ਼ਾਹ ਨੇ ਤਸਵੀਰ ਦਿੱਤੀ ਹੈ ਕੁੱਤੇ ਦੇ ਨਾਲ। ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰ ਘਰ ਛੱਡ ਕੇ, ਮਹਾਰਾਜ ਕਹਿੰਦੇ ਜਿਵੇਂ ਛੋਟੀ ਛੋਟੀ ਟੁਕੜੇ ਪਿੱਛੇ, ਬੁਰਕੀ ਬੁਰਕੀ ਪਿੱਛੇ ਕੁੱਤਾ ਦਰ ਦਰ ਭਟਕਦਾ ਫਿਰਦਾ ਹੈ, ਇਸੇ ਤਰ੍ਹਾਂ ਹੀ ਇੱਥੋਂ ਦੀ ਇੱਛਾ ਪੂਰੀ ਹੋਈ ਹੈ। ਹੋਰ ਕਿਸੇ ਸਾਧ ਦੇ ਡੇਰੇ, ਉੱਥੋਂ ਨਹੀਂ ਪੁੱਛਾ ਹੋਈ ਕਿਸੇ ਹੋਰ ਸਿਆਣੇ ਕੋਲ, ਉੱਥੋਂ ਨਹੀਂ ਇੱਛਾ ਪੂਰੀ ਹੋਈ, ਕਿਤੇ ਹੋਰ ਚਲਿਆ ਜਾਂਦਾ। ਇਹ ਕੌਣ ਨੇ? ਇਹ ਝੋਲਾ ਚੱਕ ਸਿੱਖ, ਪਰ ਸਿੱਖ ਦਾ ਹੈ ਹੀ ਨਹੀਂ। ਸਿੱਖ ਹੈ ਜਿਹੜਾ ਗੁਰੂ ਅੱਗੇ ਅਰਦਾਸ ਕਰੇਗਾ ਹਰ ਸਮੇਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ। ਇਸ ਕਰਕੇ ਇਹ ਆਪਣੇ ਪ੍ਰਤੱਖ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜੋ ਸਾਰੀ ਦੁਨੀਆ ਨੂੰ ਸਾਂਝਾ ਉਪਦੇਸ਼ ਦਿੰਦੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ, ਨਾਨਕ ਤਿਸੈ ਰੋਵੈ। ਆਓ ਸਾਧ ਸੰਗਤ, ਸਮਾਂ ਨਹੀਂ ਯਾਦ ਦਿੰਦਾ, ਆਨੰਦ ਸਾਹਿਬ ਦੀ ਬਾਣੀ ਵਿੱਚ ਜੁੜੀਏ। ਫਿਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਦਾ ਮੁੱਖ ਵਾਕ ਸਰਵਣ ਕਰਕੇ, ਫਿਰ ਗੁਰੂ ਕੀ ਲੰਗਰ ਛਕ ਕੇ, ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ 30 ਤਰੀਕ ਦਾ ਆ ਰਿਹਾ। ਨਗਰਾਂ ਵਿੱਚ, ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਪਹਿਲਾਂ ਹੀ ਪ੍ਰਭਾਤ ਫੇਰੀਆਂ ਦਾ ਸਮਾਂ ਰੱਖਿਆ ਜਾਂਦਾ। ਇੱਥੇ ਵੀ ਕੱਲ ਨੂੰ ਪਹਿਲੀ ਪ੍ਰਭਾਤ ਫੇਰੀ ਪ੍ਰਾਰੰਭ ਹੋਣੀ ਹੈ, ਤਕਰੀਬਨ 3 ਸਵਾ 3 ਵਜੇ। ਗੁਰੂ ਦੀਆਂ ਸਿੱਖਾਂ ਦਾ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਤੋਂ ਪ੍ਰਾਰੰਭ ਹੋਇਆ ਕਰੋ, ਗੁਰੂ ਘਰ ਦੇ ਵਿੱਚ ਹੀ ਆ ਕੇ ਸਮਾਪਤੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਆਪਾਂ ਸਭ ਨੇ ਰਲ ਮਿਲ ਕਰਕੇ ਗੁਰੂ ਬਾਬਾ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਸਾਡਾ ਵੀ ਤੇ ਤੁਹਾਡਾ ਵੀ ਸਮਾਂ ਜਿਹੜਾ ਸੱਚੇ ਪਾਤਸ਼ਾਹ ਸਬਲਾ ਕਰਨ ਗਾਵਿਆ ਸੁਣਿਆ, ਤਿਨ ਕਾ ਅਰਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰ ਮਾਨੀ। ਆਓ ਸਾਧ ਸੰਗਤ ਗੁਰੂ ਦੀ ਖਿਮਾ, ਆਨੰਦ ਸਾਹਿਬ ਦੀ ਬਾਣੀ ਨੂੰ ਸਾਰੇ ਰਾਮ ਕਲੀ ਮਹੱਲਾ ਤੀਜਾ।
ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ ਨਮ ਦਇਆ ਮੇਰੀ ਮਾਏ ਸਤਿਗੁਰ ਮੈਂ ਮਾਇਆ
ਨਾਨਕ